ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਮੁੱਚੀਆਂ ਸੰਗਤਾਂ ਨੂੰ ਜੋ ਸ਼ੰਭੂ ਬਾਰਡਰ 'ਤੇ ਭਾਰਤ ਦੀ ਸਰਕਾਰ ਨੇ ਕਿਸਾਨਾਂ ਦੇ ਉਲਟ ਪੂਰੇ ਦੇਸ਼ ਵਿੱਚ ਜੋ ਕਿਸਾਨ ਹਨ, ਸਿੱਖ ਹਨ, ਜਿਹੜੇ ਕਿਸਾਨ ਹਨ ਉਹ ਸਿੱਖ ਵੀ ਹਨ, ਉਹਨਾਂ ਵਾਸਤੇ ਜੋ 3 ਆਰਡੀਨੈਂਸ ਪਾਸ ਕੀਤੇ ਹਨ ਕਿਸਾਨਾਂ ਦਾ ਗਲਾ ਘੁੱਟਣ ਵਾਸਤੇ। ਸ਼ੰਭੂ ਬਾਰਡਰ ਦੇ ਉੱਪਰ ਜਿਨ੍ਹਾਂ ਨੌਜਵਾਨਾਂ ਨੇ ਇਹ ਮੋਰਚਾ ਲਾਇਆ ਹੋਇਆ ਹੈ, ਮੈਂ ਸਮੁੱਚੇ ਨੌਜਵਾਨਾਂ ਨੂੰ, ਪ੍ਰਬੰਧਕਾਂ ਨੂੰ ਜਿੱਥੇ ਧੰਨਵਾਦ ਕਰਦਾ, ਉੱਥੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਬੇਚਾਰਾ ਰਾਮ। ਦਾਸ ਆਪਣੇ ਕੋਲੋਂ ਬਹੁਤਾ ਕੁਝ ਨਹੀਂ ਕਹੂਗਾ, ਕਿਉਂਕਿ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ, ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਹਨ, ਉਹਨਾਂ ਦੇ ਨਾਲ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ। ਉਹਨਾਂ ਦੇ ਨਾਲ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਜਥੇਦਾਰ ਕਿਰਪਾ ਸਿੰਘ ਜੀ ਪਹੁੰਚੇ ਹਨ। ਉੱਥੇ ਮਿਸ਼ਲ ਸ਼ਹੀਦਾਂ ਤਰਨਨ ਦਲ ਦੇ ਮੁਖੀ ਜਥੇਦਾਰ ਬਾਬਾ ਨਿਹੰਗ ਸਿੰਘ ਜੀ, ਸਵਰਨਜੀਤ ਸਿੰਘ ਜੀ ਪਹੁੰਚੇ ਹਨ। ਜਥੇਦਾਰ ਗੁਰਸੇਵਕ ਸਿੰਘ ਜੀ, ਹਰਪਾਲ ਜੀ ਪਹੁੰਚੇ ਹਨ। ਉੱਥੇ ਜਥੇਦਾਰ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਪਹੁੰਚੇ ਹਨ। ਮੈਂ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਕਰੂੰਗਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਉਹ ਸਟੇਜ 'ਤੇ ਆ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ। ਆਓ ਸਿੰਘ ਸਾਹਿਬਾਨ ਦੀ ਆਉਣ ਦੀ ਖੁਸ਼ੀ ਵਿੱਚ ਜਕਾਰਾ ਗਜਾਈਏ। ਬੋਲੇ ਸੋ ਨਿਹਾਲ। ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ, ਆਓ ਉਹਨਾਂ ਤੋਂ ਗੁਰਮਤਿ ਦੀਆਂ ਵਿਚਾਰਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸ਼ੰਭੂ ਬਾਰਡਰ 'ਤੇ ਮੋਰਚਾ ਸੰਭਾਲ ਕੇ ਬੈਠੇ ਪੰਜਾਬ ਦੇ ਯੋਗੇ ਗਾਇਕ, ਪੰਜਾਬ ਦੇ ਪੁੱਤਰ ਭਾਈ ਦੀਪ ਸਿੱਧੂ ਵੱਲੋਂ ਜੋ ਕਿਸਾਨੀ ਦੇ ਹੱਕ ਵਿੱਚ, ਬਲਕਿ ਸਿੱਖਾਂ ਦੇ ਵਿਰੁੱਧ ਜੋ ਜ਼ੁਲਮ ਸਿਤਮ ਦੀ ਕਹਾਣੀ 1947 ਤੋਂ ਲੈ ਕੇ ਵਾਪਰਦੀ ਆ ਰਹੀ ਹੈ, ਉਹਦੀਆਂ ਵਿਚਾਰਾਂ ਤੁਸੀਂ ਲਾਈਵ ਸੁਣਦੇ ਹੋ। ਅੱਜ ਅਸੀਂ ਵੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇੱਥੇ ਹਾਜ਼ਰੀ ਭਰਨ ਆਏ ਹਾਂ। ਸਰਬੱਤ ਸੰਗਤ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਲਗਭਗ 31 ਜਥੇਬੰਦੀਆਂ ਨੇ ਮਿਲ ਕੇ ਵੱਖ-ਵੱਖ ਥਾਵਾਂ 'ਤੇ ਬੜੀ ਦ੍ਰਿੜਤਾ ਦੇ ਨਾਲ ਮੋਰਚੇ ਲਾਏ ਹਨ, ਰੇਲਾਂ ਬੰਦ ਕੀਤੀਆਂ ਹਨ ਅਤੇ ਜਿਹੜੇ ਵੱਡੇ ਵੱਡੇ ਘਰਾਣਿਆਂ ਨੇ ਪੰਜਾਬ ਨੂੰ ਘੁਣਵਾਂ ਖਾਣ ਦੀਆਂ ਸਕੀਮਾਂ ਬਣਾਈਆਂ, ਉਹਨਾਂ ਦੇ ਆਰਥਿਕ ਅਦਾਰੇ ਘੇਰਨ ਵਾਸਤੇ ਪ੍ਰੋਗਰਾਮ ਲੀਕੇ ਹਨ। ਅਸੀਂ ਸਮੁੱਚੇ ਤੌਰ 'ਤੇ ਇਸ ਮੰਚ ਤੋਂ ਬੇਨਤੀ ਕਰਨ ਵਾਸਤੇ ਆਏ ਕਿ ਸਾਨੂੰ ਵੀ ਥੋੜ੍ਹੀ ਬਹੁਤੀ ਸੇਵਾ ਦੇ ਵਿੱਚ ਹਿੱਸਾ ਪਾਉਣ ਦਾ ਮੌਕਾ ਦਿੱਤਾ ਜਾਵੇ।
ਸੋ ਜਿਵੇਂ ਵੀ ਜਿਸ ਤਰ੍ਹਾਂ ਦੀ ਵੀ ਇਸ ਮੰਚ ਵੱਲੋਂ ਸੇਵਾ ਮਿਲੇਗੀ ਅਥਵਾ ਅਸੀਂ ਆਪਣੇ ਤੌਰ 'ਤੇ ਆਪਣੀ ਮਰਜ਼ੀ ਨਾਲ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ। ਬਲਕਿ ਸਮੁੱਚੇ ਪੰਜਾਬ ਵਿੱਚ ਜਿੱਥੇ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਕਿਤੇ ਵੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ, ਲੰਗਰ ਦੀ ਸੇਵਾ ਹੋਵੇ, ਸੰਗਤ ਪਹੁੰਚਾਉਣ ਦੀ ਸੇਵਾ ਹੋਵੇ, ਕਿਉਂਕਿ ਦਾਸ ਦੇ ਨਾਲ ਅੱਜ ਵੀ ਅਸੀਂ ਇਸ ਮਨਸ਼ਾ ਦੇ ਨਾਲ ਆਏ ਸੀ। ਕਾਰ ਸੇਵਾ ਵਾਲੇ ਉੱਗੇ ਮਹਾਂਪੁਰਖ ਜਿਹੜੇ ਸੰਘਰਸ਼ ਵਿੱਚ ਵੀ ਰਹੇ, ਬਾਬਾ ਅਮਰੀਕ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਸਵਰਨਜੀਤ ਸਿੰਘ ਜੀ, ਬਾਬਾ ਕ੍ਰਿਸ਼ਨ ਸਿੰਘ ਜੀ, ਇਸੇ ਤਰ੍ਹਾਂ ਫੈਡਰੇਸ਼ਨ ਆਗੂ ਭਾਈ ਹਰਪਾਲਪੁਰ ਜੀ, ਗੁਰਸੇਵਕ ਸਿੰਘ, ਮੈਂ ਸਾਰਿਆਂ ਦੇ ਨਾਲ ਸਲਾਹ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇੱਕ ਸੇਵਾ ਮੰਗਣੀ ਆ ਕਿ ਜੋ ਵੀ ਸੇਵਾ ਸਾਨੂੰ ਲਾਓਗੇ ਅਸੀਂ ਉਹ ਸੇਵਾ ਕਰਾਂਗੇ। ਇੰਟਰਨੈਸ਼ਨਲ ਪੰਥਕ ਦਲ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਨਾਲ ਸਲਾਹ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਸੇਵਾ ਲਈ ਹੈ 19 ਤਰੀਕ ਨੂੰ ਨੌਜਵਾਨਾਂ ਦਾ ਬਹੁਤ ਵੱਡਾ ਜੱਥਾ ਇਸ ਮੰਚ ਦੇ ਉੱਪਰ ਆਏਗਾ, ਸੇਵਾ ਕਰੇਗਾ, ਵਿਚਾਰ ਸੁਣੇਗਾ। ਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਜਿਵੇਂ ਵੀ ਇਸ ਮੰਚ ਦੇ ਸੰਚਾਲਕ ਪ੍ਰਬੰਧਕ ਜਿਹੜੇ ਬੜੇ ਸਿਆਣੇ ਗੁਰਮੁਖ ਹਨ, ਜਿਵੇਂ ਵੀ ਸੇਵਾ ਲਾਉਣਗੇ ਅਸੀਂ ਜ਼ਿਲ੍ਹਾ ਵਾਈਜ਼ ਹਫ਼ਤੇ 'ਚੋਂ 2 ਦਿਨ ਦੇ ਦਿਓ, 1 ਦਿਨ ਦੇ ਦਿਓ, ਜਿਵੇਂ ਵੀ ਤੁਸੀਂ ਮੁਨਾਸਬ ਸਮਝੋ। ਅਸੀਂ ਘੱਟੋ ਘੱਟ ਜਿਹੜਾ ਵੀ ਦਿਨ ਲਵਾਂਗੇ ਤੁਹਾਡੇ ਕੋਲੇ 400 ਤੋਂ ਉੱਪਰ ਨੌਜਵਾਨ ਬਾਵਰਦੀ ਇੱਥੇ ਆ ਕੇ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਭਾਈ ਸਿੱਧੂ ਵੱਲੋਂ ਜੋ ਵਿਚਾਰਾਂ ਰੱਖੀਆਂ ਜਾ ਰਹੀਆਂ ਇਹਦੀਆਂ ਕੋਈ ਨਿੱਜੀ ਨਹੀਂ ਹੈਗੀਆਂ, ਇਹ ਕਿਸੇ ਧੜੇ ਦੀਆਂ ਵੀ ਨਹੀਂ ਹੈਗੀਆਂ, ਕਿਸੇ ਸੰਪਰਦਾ ਨਹੀਂ ਹੈਗੀਆਂ। ਇਹਦੇ ਲਈ ਸਿੱਖਾਂ ਨੇ ਬਹੁਤ ਵੱਡਾ ਧਰਮ ਯੁੱਧ ਮੋਰਚਾ ਲਾ ਕੇ ਸੰਘਰਸ਼ ਲੜਿਆ। ਇਹਨਾਂ ਮੰਗਾਂ ਦੀ ਖਾਤਰ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਬਲਕਿ ਹਿੰਦ ਦੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ। ਇਹ ਆਪਣੇ ਨਾਲ ਵਾਪਰਿਆ ਨਹੀਂ। ਅੱਜ ਕਹਿਣਾ ਵੀ ਗੁਨਾਹ ਹੈ, ਜੇ ਕੋਈ ਕਹਾਂਗੇ ਤਾਂ ਕੋਈ ਅਨਰਥ ਹੋ ਜਾਏਗਾ। ਨਹੀਂ, ਅੱਜ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ ਪੜ੍ਹਦੇ ਨੌਜਵਾਨ ਜਿਹੜੇ ਸਾਡੇ ਵਿੱਚ ਜਿੰਨੇ ਕੁ ਸੰਪਰਕ 'ਚ ਹੈਗੇ ਨੇ ਉਹ ਇਹ ਗੱਲਾਂ ਸੁਣਨੀਆਂ ਚਾਹੁੰਦੇ ਨੇ ਜਿਹੜੀਆਂ ਦੀਪ ਸਿੱਧੂ ਕਰਦਾ ਹੈ, ਵੀ ਸਾਨੂੰ ਇਹਨਾਂ ਗੱਲਾਂ ਦੀ ਸਮਝ ਆਉਣੀ ਚਾਹੀਦੀ ਆ। ਕਿਉਂਕਿ ਇੱਕ ਪੜ੍ਹਿਆ ਲਿਖਿਆ ਮਨੁੱਖ ਆਪਣੀ ਦਾਸਤਾਨ ਕਰਦਾ ਹੈ ਅਤੇ ਉਹ ਆਪਣੇ ਰਿਸਕ 'ਤੇ ਕਰ ਰਿਹਾ, ਕਿਸੇ ਦਾ ਤਾਂ ਕੁਝ ਨਹੀਂ, ਕਿਸੇ ਨੂੰ ਨਾਲ ਸਾਥੀ ਬਣਾ ਕੇ ਨਹੀਂ ਕਰ ਰਿਹਾ। ਉਹ ਕਹਿ ਰਿਹਾ ਕਿ ਸਾਡੀ ਕੌਮ ਦਾ ਦੁਖਾਂਤ ਹੈ ਅਤੇ ਉਹਦੇ ਵਿੱਚ ਇੱਕ ਦੁਖਾਂਤ ਹੋਰ ਜਮ੍ਹਾਂ ਕਰ ਦਿੱਤਾ, ਜਿਹੜਾ ਸਿੱਖਾਂ ਵਾਹਿਗੁਰੂ ਜਿਹੜਾ ਕਿਸਾਨਾਂ ਦੇ ਵਿਰੁੱਧ ਆਰਡੀਨੈਂਸ ਲਿਆ ਕੇ 3 ਬਿੱਲ ਪਾਸ ਕਰ ਦਿੱਤੇ। ਦੇਖੋ, ਜਦੋਂ ਤੇ ਹਿੰਦੁਸਤਾਨ ਦਾ 75% ਵਸਨੀਕ ਭੁੱਖਾ ਸੀ, ਉਦੋਂ ਤਾਂ ਸਾਨੂੰ ਥਾਪੀਆਂ ਦਿੱਤੀਆਂ ਵੀ ਤੁਸੀਂ ਹਰੀ ਕ੍ਰਾਂਤੀ ਲਿਆਓ, ਤੁਸੀਂ ਬੜੇ ਬਹਾਦਰ ਆ। ਅਸੀਂ ਯੂਪੀ ਦੇ ਜੰਗਲ ਪੱਟ ਕੇ ਜ਼ਮੀਨਾਂ ਉਪਜਾਊ ਬਣਾਈਆਂ, ਰਾਜਸਥਾਨ ਦੇ ਟਿੱਬੇ ਸਿੱਧੇ ਕੀਤੇ, ਉਦੋਂ ਤਾਂ ਅਸੀਂ ਚੰਗੇ ਸੀ। ਅਤੇ ਜਦੋਂ 3-4 ਸਾਲ ਦਾ ਰਾਸ਼ਨ ਜਮ੍ਹਾਂ ਹੋ ਗਿਆ ਅਤੇ ਉਦੋਂ ਸਾਨੂੰ ਅੱਖਾਂ ਵਿਖਾਤੀਆਂ ਵੀ ਤੁਸੀਂ ਆਪਣੀ ਕਣਕ ਜਿੱਥੇ ਮਰਜ਼ੀ ਵੇਚ ਲਿਓ, ਝੋਨਾ ਜਿੱਥੇ ਮਰਜ਼ੀ ਵੇਚ ਲਿਓ, ਜਿੱਥੇ ਮਰਜ਼ੀ ਕਿੱਥੇ ਜਾਂ ਤਾਂ ਖੋਲ੍ਹੋ ਬਾਰਡਰ, ਬਈ ਦੁਨੀਆ 'ਚ ਜਿੱਥੇ ਮਰਜ਼ੀ ਵੇਚ ਲਿਓ। ਕਹੋ ਇਹ ਗੱਲ, ਹਿੰਦੁਸਤਾਨ ਜਿੱਥੇ ਮਰਜ਼ੀ ਵੇਚ ਲਿਓ, ਕਿੱਥੇ ਵੇਚਾਂਗੇ ਭਾਈ? ਹਰਿਆਣੇ ਵਾਲੇ ਪੰਜਾਬ ਆਉਣਗੇ, ਪੰਜਾਬ ਵਾਲੇ ਰਾਜਸਥਾਨ ਜਾ ਜਾਣਗੇ, ਐਂ ਵੀ ਵਿਕ ਜੂ ਫਸਲ। ਮੰਡੀ ਦਾ ਜਿਹੜਾ ਮਾਰਕੀਟ ਸਿਸਟਮ ਖਤਮ ਕੀਤਾ ਜਾ ਰਿਹਾ ਹੈ, ਉਹ ਤੋਂ ਕਿਸਾਨ ਭਲੀ ਭਾਂਤ ਸਮਝਦਾਰ ਨੇ, ਜਾਣੂ ਨੇ,
ਔਰ ਜਿਹੜੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੇ ਬੜਾ ਕੁਛ ਹੰਢਾਇਆ ਹੋਇਆ ਹੈ। ਇਸ ਕਰਕੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਹੀ ਬੇਨਤੀ ਕਰੂੰਗਾ ਕਿ ਏਕਤਾ ਰੱਖਣੀ ਬਹੁਤ ਜ਼ਰੂਰੀ ਆ। ਮੈਨੂੰ ਯਾਦ ਆਉਂਦੀ ਮਹਾਂਪੁਰਖਾਂ ਦੀ ਗੱਲ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ। ਦਲ ਉਦੋਂ ਵੀ ਬਹੁਤ ਸੀ, ਵੱਖਰੇ ਵੱਖਰੇ ਤੌਰ 'ਤੇ ਵੀ ਸੰਘਰਸ਼ ਲੜਦੇ ਸੀ। ਜੇ ਕੋਈ ਪ੍ਰੈਸ ਪੁੱਛਦੀ ਸੀ, ਕੋਈ ਸੰਤਾਂ ਨੂੰ ਆ ਕੇ ਨਜ਼ਦੀਕੀ ਬੰਦਾ ਕੋਈ ਪੁੱਛਦਾ ਸੀ ਕਿ ਜੀ ਫਲਾਣੇ ਨੇ ਆਹ ਗੱਲ ਕੀਤੀ, ਫਲਾਣੇ ਥਾਂ 'ਤੇ ਨਗਰ ਕੀਰਤਨ ਕੀਤਾ, ਉੱਥੇ ਕਾਨਫਰੰਸ ਕੀਤੀ, ਕਹਿੰਦੇ ਭਾਈ ਚੰਗਾ ਕੀਤਾ, ਜਿੰਨੀ ਕੁ ਉਹਦਾ ਵਿਹਤਾ ਜਿੰਨਾ ਕਰ ਰਿਹਾ ਹੈ ਚੰਗੀ ਗੱਲ ਹੈ। ਅਤੇ ਉਹ ਵੀ ਕਹਿੰਦੇ ਸੀ ਜੇ ਕੋਈ ਕੁਆਂਟਲ ਭਾਰ ਨਹੀਂ ਚੱਕ ਸਕਦਾ, 50 ਕਿਲੋ ਚੱਕ ਸਕਦਾ, ਉਹਨੂੰ 25 ਚੁਕਾਓ, ਉਹਨੂੰ ਕੋਈ ਇੰਨਾ ਹੀ ਬਹੁਤ ਆ, ਤੂੰ ਭਾਈ ਜੇ ਇੰਨਾ ਹੀ ਚੱਕ ਲਿਆ ਤੇਰੀ ਬੜੀ ਵੱਡੀ ਸੇਵਾ ਹੈ। ਅਤੇ ਇੱਥੇ ਜੇ ਕੋਈ ਆਪਣੇ ਆਪ 25 ਚੱਕਦਾ ਤਾਂ ਉਹਦੀਆਂ ਲੱਤਾਂ ਖਿੱਚਦੇ ਆ, ਉਲਟ ਕੰਮ ਕਿਉਂ ਕਰਦੇ ਆ। ਇਸ ਵਾਸਤੇ ਆਪਾਂ ਸਾਰੇ ਹੀ, ਬਲਕਿ ਮੈਂ ਤਾਂ ਇਹ ਵੀ ਬੇਨਤੀ ਕਰੂੰ, ਜਿਹੜੀਆਂ ਰਾਜਨੀਤਿਕ ਜਥੇਬੰਦੀਆਂ ਦਾਅਵੇ ਕਰਦੀਆਂ ਕਿ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਉਹਨਾਂ ਨੂੰ ਸੰਗਤ ਵਿੱਚ ਬਿਠਾਓ, ਪ੍ਰੈਸ ਦੇ ਸਾਹਮਣੇ ਬਿਠਾਓ, ਪੁੱਛੋ ਕਿ ਭਾਈ ਤੁਸੀਂ ਸਹਿਮਤ ਹੈ ਅਤੇ ਫਲਾਣੇ ਸਮੇਂ 'ਤੇ ਤੁਹਾਡੇ ਸਾਹਮਣੇ ਦੀ ਆਹ ਬਿੱਲ ਲੰਘੇ ਨੇ, ਆਹ ਵਿਚਾਰ ਚਰਚਾ ਹੋਈਆਂ, ਇਹ ਰਿਕਾਰਡਿੰਗ ਹੈਗੀ ਹੈ, ਇਹ ਕਿੱਥੇ ਗਲਤੀ ਰਹੀ, ਤੁਸੀਂ ਉਦੋਂ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ, ਉਦੋਂ ਕਿਸਾਨਾਂ ਨਾਲ ਕਿਉਂ ਨਹੀਂ ਖੜੋਏ, ਪੁੱਛੋ। ਆਪਾਂ ਇੱਕ ਤਰ੍ਹਾਂ ਬਰੀ ਕਰ ਰਹੇ ਉਹਨਾਂ ਨੂੰ ਬਈ ਨਹੀਂ ਤੁਸੀਂ ਨਹੀਂ, ਅਸੀਂ ਤੁਹਾਡੇ ਨਾਲ ਬਹਿਣਾ ਹੀ ਨਹੀਂ ਬੈਠੋ। ਇਹ ਮੇਰੀ ਨਿੱਜੀ ਵਿਚਾਰ ਹੈ, ਮੈਂ ਕੋਈ ਗੱਲ ਥੋਪਣ ਵਾਸਤੇ ਨਹੀਂ ਆਇਆ। ਅਸੀਂ ਤਾਂ ਸਿਰਫ ਲੰਗਰ ਦੀ ਸੇਵਾ ਲੈਣ ਵਾਸਤੇ ਆਏ ਸੀ। ਸਾਧ ਸੰਗਤ, ਮੈਂ ਸਮੁੱਚੇ ਰੂਪ 'ਚ ਸਮੁੱਚੇ ਪੰਜਾਬ ਨਿਵਾਸੀਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਹੋ, ਤੁਹਾਡੇ ਮਾਤਾ ਪਿਤਾ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੈ, ਤੁਸੀਂ ਇੱਕ ਵਾਰੀ ਜ਼ਰੂਰ ਸ਼ੰਭੂ ਬਾਰਡਰ 'ਤੇ ਆਓ, ਇੱਥੇ ਬੈਠ ਕੇ ਵਿਚਾਰ ਕਰੋ, ਆਪਣੇ ਵਡਮੁੱਲੇ ਵਿਚਾਰ ਸੰਗਤ ਵਿੱਚ ਬੈਠ ਕੇ ਦਿਓ। ਬਹੁਤ ਸਾਡੇ ਕੋਲ ਸਿਆਣੇ ਨੌਜਵਾਨ ਜਿਹੜੇ ਯੂਨੀਵਰਸਿਟੀਆਂ ਵਿੱਚੋਂ ਆਪਣੀ ਐਜੂਕੇਸ਼ਨ ਪੂਰੀ ਕਰ ਚੁੱਕੇ ਨੇ, ਬੜੇ ਸਿਆਣੇ ਨੇ, ਜੋ ਆ ਕੇ ਬੈਠਣਗੇ ਅਤੇ ਸਾਨੂੰ ਹੋਰ ਸਮਝ ਆਏਗੀ। ਇਸ ਵਾਸਤੇ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਢੰਗ ਨਾਲ, ਖਾਸ ਕਰਕੇ ਆ 3-4 ਜ਼ਿਲ੍ਹੇ ਤਾਂ ਜਮਾਂ ਹੀ ਨੇੜੇ ਪੈਂਦੇ ਆ, ਬਰਨਾਲਾ ਹੋਇਆ, ਸੰਗਰੂਰ ਹੋਇਆ, ਬਠਿੰਡਾ ਹੋਇਆ, ਮੋਹਾਲੀ ਹੋਇਆ, ਇਹ 'ਤੇ ਭਾਈ ਤੁਸੀਂ ਆਪੇ ਹੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਆਉਂਦੀ ਹੈ, ਬਾਕੀ ਜਥੇਬੰਦੀਆਂ ਦਾ ਵੀ ਸਹਿਯੋਗ ਦਿਓ, ਪਰ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਵਿਚਾਰ ਰੱਖੋ, ਆਪਣੀ ਵਿਚਾਰ ਇਹਨਾਂ ਨਾਲ ਸਾਂਝੀ ਕਰੋ। ਅਤੇ ਜੇ ਕੋਈ ਨੁਕਸ ਹੈ ਤਾਂ ਦੱਸੋ ਭਾਈ ਆਹ ਤੁਸੀਂ ਨਿੱਜੀ ਗੱਲ ਕਰ ਰਹੇ ਹੋ, ਆਹ ਤੁਹਾਡੀ ਆਪਣੀ ਗੱਲ ਹੈ, ਅਤੇ ਫਿਰ ਤਾਂ ਆਪਣਾ ਇਤਰਾਜ਼ ਕਰਨਾ ਬਣਦਾ ਹੈ। ਅਤੇ ਨਹੀਂ ਤਾਂ ਭਾਈ ਜੇ ਗੱਲ ਕੌਮ ਦੀ ਹੈ ਅਤੇ ਕੌਮ ਨਾਲ ਹੋਈ ਵਾਪਰੇ ਦਿਖਾਉਣ ਦੀ ਹੈ ਅਤੇ ਫਿਰ ਆਪਣਾ ਸਹਿਯੋਗ ਦੇਣਾ ਬਣਦਾ। ਇਹ ਵਿਚਾਰ ਤੁਸੀਂ ਆਪ ਕਰ ਲਿਓ। ਸੋ ਜਿਹੜੀ 19 ਤਰੀਕ ਦਿੱਤੀ ਹੈ, ਉਹਦੇ ਤੋਂ ਬਾਅਦ ਵੀ ਜਿਹੜਾ ਦਿਨ, ਜਿਹੜਾ ਮਰਜ਼ੀ ਦਿਨ, ਇਹ ਨਹੀਂ ਕੋਈ ਸਾਨੂੰ ਵੀ ਛੁੱਟੀ ਵਾਲਾ ਦਿਨ ਹੀ ਹੋਵੇ, ਜਿਹੜਾ ਵੀ ਦਿਨ ਇੱਥੋਂ ਦੇ ਪ੍ਰਬੰਧਕ ਭਾਈ ਕਿਰਪਾ ਸਿੰਘ ਨੂੰ ਦੇਣਗੇ, 400-500 ਦਾ ਜੱਥਾ ਅਸੀਂ ਉਸੇ ਦਿਨ ਨੌਜਵਾਨਾਂ ਦਾ, ਅਤੇ ਬਾਕੀ ਭਾਈ ਕਿਰਪਾ ਸਿੰਘ ਹੋਣੀ, ਭਾਈ ਲਖਵਿੰਦਰ ਸਿੰਘ ਹੋਣੀ ਆਪ ਜੀ ਨਾਲ ਸੰਪਰਕ ਰੱਖਣਗੇ। ਜੇ ਹੋਰ ਵੀ ਕਿਸੇ ਕਿਸਮ ਦੀ ਸਾਡੀ ਸੇਵਾ ਦੀ ਜ਼ਰੂਰਤ ਹੋਵੇ, ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਏਕਤਾ, ਇਤਫਾਕ ਅਤੇ ਬਲ ਬਖਸ਼ਣ। ਗੁਰੂ ਦੀ ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ। ਗੁਰੂ ਸਾਹਿਬ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਸਾਡਾ ਜਿਹੜਾ ਦੁਖਾਂਤ ਭਰਿਆ ਸਾਡਾ ਇਤਿਹਾਸ ਹੈ ਪਿਛਲਾ, ਜਿਹਦੇ ਵਿੱਚ ਦੀ ਅਸੀਂ ਲੰਘੇ ਹਾਂ, ਉਹਦਾ ਕੋਈ ਨਾ ਕੋਈ ਹੱਲ ਅਸੀਂ ਕੱਢ ਸਕੀਏ। ਅਤੇ ਖਾਸ ਕਰਕੇ ਜਿਹੜਾ ਆ ਮੌਜੂਦਾ ਸੱਟ ਸਾਡੇ ਸਿਰ 'ਤੇ ਵੱਜੀ ਹੈ, ਅਸੀਂ ਸਾਰੇ ਕਿਸਾਨ ਹੈ, ਜਿਹੜੇ ਮਜ਼ਦੂਰ ਆ ਉਹ ਵੀ ਕਿਸਾਨ ਹੈ, ਕਿਸਾਨੀ ਨਾਲ ਜੁੜੇ ਹੋਏ ਹੈ, ਪੰਜਾਬ ਦਾ ਵਪਾਰੀ ਕਿਸਾਨੀ ਨਾਲ ਜੁੜਿਆ ਹੋਇਆ, ਪੰਜਾਬ ਦਾ ਦੁਕਾਨਦਾਰ ਕਿਸਾਨੀ ਨਾਲ ਜੁੜਿਆ ਹੋਇਆ, ਪੰਜਾਬ ਦਾ ਟਰਾਂਸਪੋਰਟਰ ਕਿਸਾਨੀ ਨਾਲ ਜੁੜਿਆ ਹੋਇਆ। ਕਿਹਨੂੰ ਇੱਥੋਂ ਪਾਸੇ ਕੱਢ ਲਾਂਗੇ। ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜੇਕਰ ਪੰਜਾਬ ਖੁਸ਼ਹਾਲ ਹੈ ਅਤੇ ਹਿੰਦੁਸਤਾਨ ਖੁਸ਼ਹਾਲ ਹੈ। ਜੇ ਪੰਜਾਬ ਦੇ ਨਾਲ ਧੱਕਾ ਹੋਏਗਾ ਅਤੇ ਇਹ ਧੱਕਾ ਪੰਜਾਬੀਆਂ ਦੇ ਹੱਕ ਵਿੱਚ, ਵਾਹਿਗੁਰੂ ਪੰਜਾਬੀਆਂ ਦੇ ਵਿਰਸੇ ਵਿੱਚ ਨਹੀਂ ਕਿ ਕਿਸੇ ਧੱਕੇ ਨੂੰ ਬਰਦਾਸ਼ਤ ਕਰਨ, ਅਤੇ ਫਿਰ ਹਾਲਾਤ ਇਕੱਲੇ ਪੰਜਾਬ ਤੱਕ ਥੋੜ੍ਹਾ ਰਹਿ ਜਾਣਗੇ। ਨਹੀਂ, ਮੈਂ ਅੱਜ ਹੀ ਨਹੀਂ
ਮੈਂ ਗੁਰਦੁਆਰਾ ਮੰਜੀ ਸਾਹਿਬ ਤੋਂ ਵਿਚਾਰ ਰੱਖਦਿਆਂ ਕਥਾ ਕਰਦਿਆਂ ਵੀ ਇਹ ਬਚਨ ਕਹੇ ਸੀ ਕਿ ਨਹੀਂ, ਪੰਜਾਬ ਜਿਹੜਾ ਹੈ ਇਹਨੇ ਬੜੇ ਦੁਖਾਂਤ ਝੱਲੇ ਨੇ। 1947 ਤੋਂ ਲੈ ਕੇ ਸਾਨੂੰ ਪਹਿਲਾਂ ਪੰਜਾਬ ਨੂੰ ਹੀ ਪਾੜਿਆ ਗਿਆ, ਪੰਜਾਬ ਦੀ ਧਰਤੀ ਨੂੰ ਪਾੜਿਆ ਗਿਆ ਸਭ ਤੋਂ ਪਹਿਲਾਂ, ਫਿਰ ਪੰਜਾਬੀਆਂ ਨੂੰ ਪਾੜਿਆ ਗਿਆ, ਪੰਜਾਬੀ ਲੀਡਰਸ਼ਿਪ ਨੂੰ, ਸਿੱਖ ਦੀ ਲੀਡਰਸ਼ਿਪ ਨੂੰ ਪਾੜਿਆ ਗਿਆ। ਸਾਡੇ ਦੁੱਖੜਿਆਂ ਦੀ ਵੱਡੀ ਕਹਾਣੀ ਹੈ। ਸੋ ਅੱਜ ਅਸੀਂ ਜੇ ਕਿਤੇ ਇਸ ਪਾਸੇ ਤੁਰੇ ਹਾਂ ਤਾਂ ਬੜੀ ਸੁਹਿਰਦਤਾ ਦੇ ਨਾਲ, ਫਰਾਕ ਦਿਲੀ ਦੇ ਨਾਲ, ਆਪਣੇ ਆਪ ਨੂੰ ਸੇਵਾਦਾਰ ਸਮਝ ਕੇ, ਆਪਣੇ ਆਪ ਨੂੰ ਇੱਕ ਹਿੱਸਾ ਸਮਝ ਕੇ, ਨਾ ਕਿ ਆਗੂ ਸਮਝ ਕੇ, ਹਿੱਸਾ ਸਮਝ ਕੇ ਇਸ ਸੰਘਰਸ਼ ਦਾ ਨਾਲ ਜੁੜੀਏ ਤੇ ਸਤਿਗੁਰੂ ਸਾਨੂੰ ਅਵਸ਼ ਸਫਲਤਾ ਬਖਸ਼ਣਗੇ। ਸੋ ਇਸ ਵਾਸਤੇ ਇਹ ਇਕੱਠ ਇੰਨੇ ਕੁ ਨਹੀਂ ਰਹਿਣੇ। ਜਿਵੇਂ ਜਿਵੇਂ ਗੱਲ ਪਿੰਡਾਂ 'ਚ, ਸ਼ਹਿਰਾਂ 'ਚ, ਸਕੂਲਾਂ 'ਚ, ਯੂਨੀਵਰਸਿਟੀਆਂ 'ਚ ਇਹ ਚੱਲ ਪਈ ਹੈ ਨਾ, ਇਹ ਇਕੱਠ ਏਡੇ ਕੁ ਨਹੀਂ ਰਹਿਣੇ। ਹਾਂ, ਗੌਰਮੈਂਟ ਤੁਰੰਤ ਇਹ ਬਿੱਲ ਵਾਪਸ ਲੈ ਲਵੇ ਤੇ ਫਿਰ ਇਸ ਦੀ ਰੂਪ ਰੇਖਾ ਬਦਲ ਸਕਦੀ ਆ। ਜੇ ਇਹ ਆਪਣੀ ਹੈਂਕੜ ਵਿੱਚ ਰਹੇ ਤੇ ਸਾਧ ਸੰਗਤ, ਇਹ ਗੱਲ ਕੇਵਲ ਪੰਜਾਬ ਤੱਕ ਨਹੀਂ ਰਹੇਗੀ। ਹਿੰਦੁਸਤਾਨ ਦਾ ਕਿਸਾਨ ਕਦੋਂ ਕੁ ਤੱਕ ਸੁੱਤਾ ਰਹੇਗਾ? ਉਹਨੂੰ ਵੀ ਸਮਝ ਆ ਜਾਣੀ ਹੈ, ਕਿਉਂਕਿ ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਖਿੱਤਾ ਹੈ ਤੇ ਜੇ ਪੰਜਾਬ ਦੇ ਕਿਸਾਨ ਦੁਖੀ ਨੇ ਤੇ ਹਰ ਇੱਕ ਸੋਚੇਗਾ ਵੀ ਨਹੀਂ, ਸਾਨੂੰ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਸੋ ਇਸ ਵਾਸਤੇ ਸਮਾਂ ਰਹਿੰਦਿਆਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੂੰ ਇਹਨਾਂ ਗੱਲਾਂ 'ਤੇ ਤੁਰੰਤ ਵਿਚਾਰ ਕਰਕੇ ਸਿੱਖਾਂ ਦੇ, ਕਿਸਾਨਾਂ ਦੇ, ਪੰਜਾਬੀਆਂ ਦੇ ਦੁਖਾਂਤ ਨੂੰ ਸਮਝ ਲੈਣਾ ਚਾਹੀਦਾ ਤੇ ਹੱਲ ਕਰਨ ਦਾ ਫਰਾਕ ਦਿਲੀ ਦੇ ਨਾਲ ਯਤਨ ਕਰਨਾ ਚਾਹੀਦਾ। ਇਹਨਾਂ ਸ਼ਬਦਾਂ ਦੇ ਨਾਲ ਹੀ ਜਿੱਥੇ ਮੈਂ ਭਾਈ ਸਿੱਧੂ ਦਾ ਤੇ ਇਹਨਾਂ ਦੇ ਸਾਥੀਆਂ ਦਾ, ਸਾਰਿਆਂ ਦਾ, ਜਿਹੜੇ ਦਿਨ ਰਾਤ, ਮੇਰੇ ਵਰਗੇ ਤਾਂ ਆਏ ਘੰਟਾ ਹਾਜ਼ਰੀ ਲਵਾ ਕੇ ਫਿਰ ਚੱਲਦੇ ਬਣੇ, ਪਰ ਇੱਥੇ ਜਿਹੜੇ ਦਿਨ ਰਾਤ ਰਹਿੰਦੇ ਨੇ, ਦਿਨ ਰਾਤ ਸੇਵਾ ਵਿੱਚ ਡਟੇ ਹੋਏ ਨੇ, ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੂੰ ਸ਼ਾਬਾਸ਼ ਵੀ ਦਿੰਦਾ। ਰੋਜ਼ ਦੇ ਕੰਮ ਛੱਡਣੇ ਔਖੇ ਸੌਖੇ ਨਹੀਂ ਕਰਦੇ, ਪਰ ਤੁਸੀਂ ਜਿਸ ਸਿਦਕ ਦਿਲੀ ਦੇ ਨਾਲ ਡਟੇ ਹੋਏ ਹੋ, ਮਹਾਰਾਜ ਜ਼ਰੂਰ ਆਪਾਂ ਨੂੰ ਕਾਮਯਾਬੀ ਬਖਸ਼ੇਗਾ। ਅਖੀਰ 'ਚ ਮੈਂ ਫਿਰ ਇਹੀ ਬੇਨਤੀ ਕਰਦਾ ਹੋਇਆ ਕਿ ਜਿਹੜੀ ਵੀ ਸੇਵਾ ਤੁਸੀਂ ਸਾਨੂੰ ਬਖਸ਼ੋਗੇ, ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝ ਕੇ ਉਸ ਸੇਵਾ ਵਿੱਚ ਸਫਲਤਾ ਦੇ ਨਾਲ ਉਹ ਸੇਵਾ ਨਿਭਾਉਣ ਦਾ ਯਤਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਦੇ ਭਤੀਜੇ ਸਨ। ਹੁਣ ਮੈਂ ਸਿੱਧੂ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਉਹ ਕੁਝ ਮਿੰਟ ਆ ਕੇ ਸਿੱਖ ਸੰਗਤਾਂ ਦੇ ਕਰਨਗੇ। ਭਾਈ ਸਿੱਧੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਸਾਡੇ 'ਚ ਅੱਜ ਇੱਥੇ ਸ਼ਾਮਲ ਹੋਏ ਜੀ, ਸਾਨੂੰ ਹੱਲਾਸ਼ੇਰੀ ਅਤੇ ਹੌਸਲਾ ਦਿੱਤਾ। ਮਹਾਂਪੁਰਸ਼ ਹੋਰ ਵੀ ਸਾਰੇ ਸਿੰਘ ਆਏ ਆ ਜੀ, ਅਤੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਕੋਲ ਆ ਕੇ ਸਾਨੂੰ ਸ਼ਮੂਲੀਅਤ ਉਹਨਾਂ ਦੀ ਮਿਲਦੀ ਆ, ਉਹਨਾਂ ਦਾ ਹੱਲਾਸ਼ੇਰੀ, ਉਹਨਾਂ ਦਾ ਹੌਸਲਾ ਮਿਲਦਾ, ਅਤੇ ਇਹ ਗੱਲ ਤਾਂ ਤੈਅ ਹੋ ਜਾਂਦੀ ਆ ਵੀ ਅਸੀਂ ਸਹੀ ਰਾਹ 'ਤੇ ਤੁਰੇ ਜਾਂਦੇ ਹਾਂ। ਜਦੋਂ ਸੱਚ 'ਤੇ ਪਹਿਰਾ ਦੇਣਾ ਹੁੰਦਾ ਤਾਂ ਸਾਡੇ 10ਵੇਂ ਪਾਤਸ਼ਾਹ ਨੇ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਗੱਲ ਸਿਖਾਈ ਆ ਵੀ ਪਹਿਰਾ ਸੱਚ 'ਤੇ ਦੇਣਾ ਹੁੰਦਾ। ਤੁਹਾਨੂੰ 10 ਲੱਖ ਦੀ ਫੌਜ ਨਹੀਂ ਚਾਹੀਦੀ, ਉਦੋਂ ਕੱਚੀ ਗੜੀ ਦੇ ਅੰਦਰ ਵਾਲੇ 40 ਚਾਹੀਦੇ ਆ। ਉਹ 40 ਬਹੁਤ ਆ ਜੇ ਸੱਚ 'ਤੇ ਪਹਿਰਾ ਦੇਣ ਵਾਲੇ ਹੋਣ ਤਾਂ। ਸੋ ਗੱਲ ਵੱਡੇ ਇਕੱਠਾਂ ਨਾਲ ਜਾਂ ਵੱਧ ਗਿਣਤੀ ਨਾਲ ਇਹ ਜ਼ਰੂਰੀ ਨਹੀਂ ਵੀ ਗੱਲ ਉਹੀ ਸਹੀ ਹੋਵੇ ਅਤੇ ਜੰਗ ਜਿੱਤੀ ਜਾ ਸਕੇ। ਜੰਗ ਜਿੱਤਣ ਲਈ ਜਜ਼ਬਾ ਪਹਿਲਾਂ ਹੋਣਾ ਜ਼ਿਆਦਾ ਜ਼ਰੂਰੀ ਆ। ਜਿਹੜੀ ਮਨੁੱਖੀ ਬੁੱਧੀ ਤੋਂ ਪਰਾਂ ਦੀ ਗੱਲ ਆ, ਇਹ ਕਈ ਵਾਰੀ ਸਾਡੇ ਸਮਝ ਨਹੀਂ ਆਉਂਦੀ ਇਹ ਗੱਲ। ਜੰਗਾਂ ਜਿੱਤੀਆਂ ਹੀ ਜਜ਼ਬੇ ਨਾਲ ਜਾਂਦੀਆਂ, ਪਰ ਅੱਜ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਉਹ ਪੰਜਾਬ ਦੇ ਹੋਂਦ ਦੀ ਲੜਾਈ ਲੜ ਰਹੇ ਹਾਂ। ਪੰਜਾਬ ਦੀ ਹੋਂਦ, ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਕਿਉਂ ਬਣੀ, ਜਾਂ ਇਹਦਾ ਅਹਿਸਾਸ ਸਾਡੇ ਅੰਦਰ ਕਿੱਥੋਂ ਆਇਆ ਵੀ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਅਸੀਂ।
ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੇ ਪਾਣੀਆਂ ਨੂੰ, ਪੰਜਾਬੀ ਮਾਂ ਬੋਲੀ ਨੂੰ ਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਜਾਂ ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਬਚਾਉਣ ਦੀ ਲੜਾਈ ਲੜੀ ਜਾ ਰਹੀ ਆ। ਇਹ ਕਿਸੇ 3 ਆਰਡੀਨੈਂਸ ਜਾਂ ਹੁਣ ਜਿਹੜੇ ਉਹ ਨਿਊ ਲੈਜਿਸਲੇਸ਼ਨ ਜਾਂ ਲਾਅ ਬਣ ਗਏ, ਕੱਲੀ ਲੜਾਈ ਉੱਥੋਂ ਤੱਕ ਸੀਮਤ ਨਹੀਂ ਆ। ਸੋ ਕਿਸਾਨ ਜਥੇਬੰਦੀਆਂ ਤੋਂ ਜੇ ਅਸੀਂ ਇੱਥੇ ਵੱਖ ਬੈਠੇ ਹਾਂ ਤੇ ਇੰਨਾ ਕੁ ਵਖਰੇਵਾਂ ਤਾਂ ਹੈ, ਹਾਲਾਂਕਿ ਸੰਘਰਸ਼ ਉਹੀ ਆ, ਉਸੇ ਸੰਘਰਸ਼ ਦਾ ਹਿੱਸਾ ਉਹਨਾਂ ਦੇ ਨਾਲ ਇਹ ਲੜਾਈ ਲੜੀ ਜਾ ਰਹੀ ਆ। ਪਰ ਇੰਨਾ ਕੁ ਵਖਰੇਵਾਂ ਰੱਖਣਾ ਚਾਹੀਦਾ ਸੀ। ਉਹ ਇਸ ਕਰਕੇ ਚਾਹੀਦਾ ਸੀ, ਕੱਲ੍ਹ ਨੂੰ ਪੰਜਾਬ ਦਾ ਇਤਿਹਾਸ ਸਾਡੇ ਤੇ ਸਾਨੂੰ ਇਹ ਸਵਾਲ ਪੁੱਛੂਗਾ ਵੀ ਮੇਰੀ ਖਾਤਰ ਕਿਸੇ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ। ਜਿਹੜੇ ਗੁਰੂ ਸਾਹਿਬਾਨਾਂ ਨੇ ਇਹ ਧਰਤੀ, ਅਸੀਂ ਕਹਿੰਦੇ ਹਾਂ ਪੰਜਾਬ ਵਸਦਾ ਗੁਰੂਆਂ ਦੇ ਨਾਂ 'ਤੇ, ਜਿਹੜੇ ਗੁਰੂ ਸਾਹਿਬਾਨਾਂ ਨੇ ਇਹ ਧਰਤੀ ਵਸਾਈ, ਜਿੱਥੇ ਸਾਡੇ ਗੁਰਦੁਆਰਾ ਸਾਹਿਬ ਆ, ਜਿੱਥੇ ਸਾਡੇ ਤਖਤ ਆ, ਜਿੱਥੇ ਸਾਡਾ ਇਤਿਹਾਸ ਪਿਆ, ਜਿੱਥੇ ਅਸੀਂ ਕਹਿੰਦੇ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ, ਸਾਹਿਬਜ਼ਾਦਿਆਂ ਦਾ ਜਿੱਥੇ ਸ਼ਹੀਦੀ ਪਾਈ, ਉਹਨਾਂ ਨੇ ਸ਼ਹੀਦੀ ਦਾ ਜਾਮ ਉਹਨਾਂ ਨੇ ਉੱਥੋਂ ਪੀਤਾ, ਉਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਵੀ ਇੱਥੇ ਹੀ ਆ। ਤੇ ਸਾਨੂੰ ਜੇ ਸਾਡੀ ਧਰਤੀ ਨਾਲੋਂ ਤੋੜਨਗੇ ਤਾਂ ਸਾਡੇ ਪੱਲੇ ਕੀ ਰਹਿ ਜੂ ਮੁੜ ਕੇ? ਨਾ ਸਾਡਾ ਫਲਸਫਾ ਸਾਡੇ ਪੱਲੇ ਰਿਹਾ, ਨਾ ਸਾਡਾ ਇਤਿਹਾਸ ਪੱਲੇ ਰਿਹਾ। ਸਾਨੂੰ ਤਾਂ ਸਾਡੇ ਗੁਰੂਆਂ ਨਾਲੋਂ ਵਿਸਾਰਨ ਖਾਤਰ ਆ ਗਏ ਆ ਇਹ। ਸੋ ਲੜਾਈ ਇਸ ਕਰਕੇ ਸਾਡੀ ਹੋਂਦ ਦੀ ਆ, ਸਾਡੀ ਹੋਂਦ ਸਾਡੇ ਫਲਸਫੇ 'ਚ ਪਈ ਆ, ਸਾਡੀ ਸਿਆਸਤ 'ਚ ਪਈ ਆ, ਤੇ ਸਭ ਕੁਝ ਧਰਤੀ ਨਾਲ ਜੁੜਿਆ ਹੋਇਆ। ਗੁਰੂ ਨਾਨਕ ਸਾਹਿਬ ਨੇ ਧਰਤੀ ਨਾਲ ਜੋੜਤਾ ਸੀ ਸਾਨੂੰ, ਜਦੋਂ ਕਿਰਤ ਕਰਨ ਦਾ ਸਾਨੂੰ ਸੁਨੇਹਾ ਦਿੱਤਾ ਸੀ। ਉਸੇ ਤਰ੍ਹਾਂ ਸਾਡੀ ਸਿਆਸਤ, ਜਦੋਂ ਅਸੀਂ ਕਹਿੰਦੇ ਹਾਂ ਜਿਹਦੇ 'ਚ ਪੰਜਾਬ ਦੀ ਸਿਆਸਤ, ਸਿੱਖ ਸਿਆਸਤ ਵੀ ਉਹਦਾ ਇੱਕ ਹਿੱਸਾ, ਉਹ ਵੀ ਇਸ ਧਰਤੀ ਨਾਲ ਜੁੜੀ ਹੋਈ ਆ। ਜਦੋਂ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹ ਲੈਣਗੇ, ਸਾਡੇ ਤੋਂ ਸਾਡੀ ਸਿਆਸਤ ਵੀ ਖੋਹ ਲੈਣਗੇ ਨਾਲ। ਹੁਣ ਅੱਜ ਬਰਾੜ ਸਾਹਿਬ, ਸਾਡੇ ਅਜੇਪਾਲ ਸਿੰਘ ਬਰਾੜ ਜੀ, ਉਹ ਵੀ ਸਾਡੇ 'ਚ ਇੱਥੇ ਮੌਜੂਦ ਆ। ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਸੰਗਤਾਂ ਨਾਲ। ਉਹਨਾਂ ਨੇ ਕਿਹਾ ਹੈ ਵਾਰ-ਵਾਰ ਕਾਲੇ ਕਾਨੂੰਨ ਆ ਰਹੇ ਆ, ਅਸੀਂ ਇਹਨਾਂ ਲਈ ਸੰਘਰਸ਼ ਵਿੱਢਦੇ ਹਾਂ, ਲੜਦੇ ਹਾਂ, ਕਿਉਂ ਹੋ ਰਿਹਾ? ਇਹਦੀ ਸਭ ਤੋਂ ਵੱਡੀ ਜਿਹੜੀ ਵਜ੍ਹਾ ਜਾਂ ਜਿੱਥੇ ਜੜ ਪਈ ਆ, ਉਹ ਇਸ ਕਰਕੇ ਹੋ ਰਿਹਾ ਕਿਉਂਕਿ ਸਾਨੂੰ ਸਾਡੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਆ, ਸਾਡੇ ਕੋਲੇ ਹੱਕ ਹੀ ਨਹੀਂ ਆ। ਸਾਡੇ ਫੈਸਲੇ ਤਾਂ ਦਿੱਲੀ ਤੋਂ ਲਏ ਜਾਂਦੇ ਆ। ਦਿੱਲੀ ਸਾਡੇ ਘਰਾਂ ਦੇ ਫੈਸਲਿਆਂ ਤੋਂ ਲੈ ਕੇ, ਸਾਡੇ ਸਮਾਜਿਕ ਫੈਸਲਿਆਂ ਤੋਂ ਲੈ ਕੇ, ਰਾਜਸੀ ਫੈਸਲਿਆਂ ਤੋਂ ਲੈ ਕੇ, ਆਰਥਿਕ ਫੈਸਲੇ, ਫਲਸਫਿਆਂ ਦੇ ਫੈਸਲੇ ਵੀ ਦਿੱਲੀ ਲੈਂਦੀ ਆ। ਜੇ ਐਡੀ ਵੱਡੀ ਖੁਦਮੁਖਤਿਆਰੀ ਸਾਡੇ ਤੋਂ ਖੋਹ ਲਈ ਜਾਊਗੀ, ਫਿਰ ਜੇ ਅਸੀਂ ਕਹੀਏ ਵੀ ਸਾਡੀ ਹੋਂਦ ਬਚ ਜੂਗੀ ਜਾਂ ਸਾਡਾ ਫਲਸਫੇ ਬਚ ਜਾਣਗੇ, ਸਾਡਾ ਸੱਭਿਆਚਾਰ ਬਚ ਜੂਗਾ, ਤਾਂ ਇਹ ਬਹੁਤ ਵੱਡਾ ਝੂਠ ਆ। ਸਾਡੇ ਪੱਲੇ ਕੁਛ ਨਹੀਂ ਰਹਿਣਾ, ਸਭ ਕੁਝ ਉਹਨਾਂ ਨੇ ਖੋਹ ਕੇ ਲੈ ਜਾਣਾ। ਸੋ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਆ, ਤਾਂ ਸਾਡੀ ਖੁਦਮੁਖਤਿਆਰੀ ਦੀ ਵੀ ਲੜਾਈ ਆ, ਸਾਡੇ ਹੱਕਾਂ ਦੀ ਲੜਾਈ ਆ, ਸਾਡੀ ਰਿਆਇਤਾਂ ਦੀ ਲੜਾਈ ਨਹੀਂ ਆ। ਜੇ ਅਸੀਂ ਰਿਆਇਤਾਂ ਦੀ ਲੜਾਈ ਲੜਦੇ ਰਹਾਂਗੇ ਤਾਂ ਹੱਕਾਂ ਦੀ ਗੱਲ ਕੌਣ ਕਰੂ? ਸਾਡੀ ਖੁਦਮੁਖਤਿਆਰੀ ਦੀ ਗੱਲ ਕੌਣ ਕਰੂ? ਸਾਡੇ ਪਾਣੀ ਅਸੀਂ ਦੇਣੇ ਆ, ਉਹ ਅਸੀਂ ਡਿਸਾਈਡ ਕਰਾਂਗੇ। ਕਿੰਨਾ ਪਾਣੀ ਦੇਣਾ, ਹਰਿਆਣੇ ਨੂੰ ਦੇਣਾ ਕਿ ਰਾਜਸਥਾਨ ਨੂੰ ਦੇਣਾ ਕਿ ਦਿੱਲੀ ਨੂੰ ਦੇਣਾ, ਉਹ ਅਸੀਂ ਡਿਸਾਈਡ ਕਰਾਂਗੇ। ਪੰਜਾਬ 'ਚੋਂ ਪ੍ਰਵਾਸ ਜਿਸ ਵੱਡੇ ਢੰਗ ਨਾਲ ਹੋ ਰਿਹਾ, ਸਾਡੀ ਨੌਜਵਾਨੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਸਾਡੀ ਧਰਤੀ ਨਾਲੋਂ ਤੋੜਿਆ ਜਾ ਰਿਹਾ, ਖੋਰਿਆ ਜਾ ਰਿਹਾ। ਨਾਲ ਨਾਲ ਪ੍ਰਵਾਸ ਤੋਂ ਬਾਅਦ ਪਰਿਵਾਰ ਵੀ ਉੱਧਰ ਨੂੰ ਹੋ ਜਾਂਦਾ। ਉੱਥੇ ਪਹਿਲਾਂ ਆਪ ਜਾ ਕੇ ਮੁੰਡਾ ਜਾਂ ਕੁੜੀ ਪੱਕੇ ਹੁੰਦੇ ਆ, ਤੇ ਫਿਰ ਬਾਅਦ 'ਚ ਆਪਦੇ ਮਾਂ-ਬਾਪ ਨੂੰ ਬੁਲਾ ਲੈਂਦੇ ਆ, ਤੇ ਸਾਰਾ ਪਰਿਵਾਰ ਹੀ ਉੱਧਰ ਚਲਾ ਜਾਂਦਾ। ਇਹ ਵੀ ਇੱਕ ਬਹੁਤ ਵੱਡਾ ਮਸਲਾ ਜਿਹਦੇ ਖਾਤਰ ਅਸੀਂ ਸਿਰ ਜੋੜ ਕੇ ਬੈਠੇ ਹਾਂ। ਉਹ ਪ੍ਰਵਾਸ ਵੀ ਕਿਸੇ ਉਹਨਾਂ ਨੀਤੀਆਂ 'ਚੋਂ ਹੀ ਨਿਕਲਿਆ ਹੋਇਆ, ਉਹਨਾਂ ਨੀਤੀਆਂ 'ਚੋਂ ਜੋ ਦਿੱਲੀ ਬਣਾਉਂਦੀ ਆ ਤੇ ਪੰਜਾਬ ਨੂੰ ਸਹਿਣਾ ਪੈਂਦਾ। ਪੰਜਾਬ ਇਹ ਸਾਰੀ ਲੜਾਈ ਸਾਂਝੇ ਤੌਰ 'ਤੇ ਇੱਕ ਸਮੁੱਚਤਾ 'ਚ ਲੜ ਰਿਹਾ, ਕਿਉਂਕਿ ਜੇ ਅਸੀਂ ਮਸਲਿਆਂ ਨੂੰ ਸਮੁੱਚਤਾ 'ਚ ਨਹੀਂ ਵਿਚਾਰਾਂਗੇ ਤਾਂ ਸਾਨੂੰ ਉਹਨਾਂ ਹਾਲਾਤਾਂ ਦੀ ਸਮਝ ਨਹੀਂ ਆਉਣੀ। ਜਿਹੜੀ ਹਾਲਾਤਾਂ ਦੀ ਦੇਣ ਇਹ ਕਾਲੇ ਕਾਨੂੰਨ ਆ, ਜਿਹੜੇ ਹਾਲਾਤਾਂ ਦੀ ਦੇਣ ਅੱਜ ਜੇ ਬੇਅਦਬੀ ਹੋ ਰਹੀ ਆ ਸਾਡੇ ਇਸ਼ਟ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਇਹ ਵੀ ਉਹਨਾਂ ਹਾਲਾਤਾਂ ਦੀ ਦੇਣ ਆ। ਹੁਣ ਸਾਡੇ ਕੋਲੇ ਜੇ ਅਸੀਂ ਇਹਨਾਂ ਗੱਲਾਂ ਲਈ ਨਹੀਂ ਜਾਗੇ ਤਾਂ ਮੇਰੇ ਖਿਆਲ 'ਚ ਇਦੋਂ ਜ਼ਿਆਦਾ ਸਾਡੇ ਤੋਂ ਬੇਅਦਬੀਆਂ ਨਹੀਂ ਸਹਿ ਹੋਣੀਆਂ, ਇਦੋਂ ਬਾਅਦ ਸਾਡੇ ਤੋਂ ਲੜਾਈਆਂ ਵੀ ਨਹੀਂ ਲੜੀਆਂ ਜਾਣੀਆਂ।
ਅਸੀਂ ਤਾਂ ਅਖੀਰਲੇ ਪੜਾਅ 'ਚ ਇੱਕ ਲੜਾਈ ਲੜ ਰਹੇ ਹਾਂ। ਜੇ ਹੁਣ ਨਹੀਂ ਜਾਗਾਂਗੇ, ਹੁਣ ਨਹੀਂ ਸਿਰ ਜੋੜ ਕੇ ਬੈਠਾਂਗੇ, ਤੇ ਹੁਣ ਸਮਰਪਿਤ ਹੋ ਕੇ ਅੰਦਰ ਇੱਕ ਨਿਸ਼ਚਾ ਤੇ ਇਖਲਾਕ ਲੈ ਕੇ ਨਹੀਂ ਚੱਲਾਂਗੇ, ਤੇ ਗਾਂ ਫਿਰ ਸਾਡੇ ਤੋਂ ਲੜਾਈ ਵੀ ਨਹੀਂ ਲੜੀ ਜਾਣੀ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ, ਜਿਵੇਂ ਅੱਜ ਸਿੰਘ ਸਾਹਿਬ ਆਏ ਆ, ਪਹਿਲਾਂ ਵੀ ਬੜੇ ਮਹਾਂਪੁਰਸ਼ ਆਏ ਆ, ਸਾਨੂੰ ਹੱਲਾਸ਼ੇਰੀ ਦੇ ਕੇ ਜਾਂਦੇ ਆ, ਸਾਨੂੰ ਇੱਕ ਸੇਧ ਤੇ ਰਾਹ ਦਸੇਰਾ ਵੀ ਸਾਡਾ ਕਰਦੇ ਆ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਐਂ ਲੱਗਦਾ ਵੀ ਅਸੀਂ ਇੱਕ ਸਹੀ ਰਾਹ 'ਤੇ ਤੁਰੇ ਹੋਏ ਆ। ਪਰ ਗੱਲ ਹੁਣ ਜਿੱਥੇ ਆ ਕੇ ਖੜੂਗੀ ਵੀ ਜਿਵੇਂ ਸਾਨੂੰ ਇੱਕ ਕਲੈਕਟਿਵ ਕੌਨਸ਼ੀਅਸਨੈਸ ਵੀ ਪੈਦਾ ਕਰਨੀ ਪੈਣੀ ਆ। ਕਲੈਕਟਿਵ ਕੌਨਸ਼ੀਅਸਨੈਸ ਜਦੋਂ ਪੈਦਾ ਹੋਊਗੀ, ਉਹ ਸਿਰਫ ਸਾਡੇ ਸਿੱਖ ਭਾਈਚਾਰੇ 'ਚ ਨਹੀਂ, ਪੰਜਾਬ ਦੇ ਹਰ ਬਸ਼ਿੰਦੇ 'ਚ, ਕਿਉਂਕਿ ਸਾਡਾ ਹਿੰਦੂ ਵੀ ਅਣਖੀ ਆ, ਸਾਡਾ ਮੁਸਲਮਾਨ ਵੀ ਅਣਖੀ ਆ, ਸਾਡਾ ਹੋਰ ਭਾਈਚਾਰਾ ਉਹ ਵੀ ਅਣਖੀ ਆ। ਉਹ ਕਿਉਂ ਅਣਖੀ ਆ? ਕਿਉਂਕਿ ਉਹਨਾਂ ਦੇ ਅੰਦਰ ਵੀ ਉਹੀ ਚਿਣਗ ਜਿਹੜੀ ਪੰਜਾਬ 'ਚ ਸੋਵਰਨਿਟੀ, ਇਸ ਧਰਤੀ 'ਚ ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਚਿਣਗ ਦੇਤੀ, ਉਹ ਉਹਨਾਂ ਦੇ ਅੰਦਰ ਵੀ ਆ। ਸਾਨੂੰ ਉਹਨਾਂ ਨੂੰ ਵੀ ਨਾਲ ਜੋੜਨਾ ਪੈਣਾ, ਇੱਕ ਕਲੈਕਟਿਵ ਕੌਨਸ਼ੀਅਸਨੈਸ ਦੀ ਗੱਲ ਕਰਨੀ ਪੈਣੀ ਆ। ਉਦੋਂ ਬਾਅਦ ਹੀ ਕੋਈ ਰਾਹ ਨਿਕਲੂਗਾ, ਉਦੋਂ ਬਾਅਦ ਹੀ ਇਹ ਸੰਘਰਸ਼ ਕਿਸੇ ਨਾ ਕਿਸੇ ਇਹੋ ਜਿਹੇ ਮੋੜ 'ਤੇ ਪਹੁੰਚੂਗਾ ਜਿੱਥੋਂ ਸਾਨੂੰ ਕੁਛ ਨਾ ਕੁਛ ਪ੍ਰਾਪਤੀ ਹੋਊਗੀ ਤੇ ਅਸੀਂ ਆਪਦੀ ਹੋਂਦ ਨੂੰ ਬਚਾ ਸਕਾਂਗੇ। ਜਾਂ ਖੁਦ ਮੁਖਤਿਆਰੀ ਦੀ ਗੱਲ ਹਿੰਦੁਸਤਾਨ ਦੀ ਸਰਕਾਰ ਤਾਈਂ ਜਾਂ ਹਿੰਦੁਸਤਾਨ ਦੇ ਉਹਨਾਂ ਹੁਕਮਰਾਨਾਂ ਤਾਈਂ ਜਿਹੜੀ ਅੱਜ ਫਰਸ਼ੀਵਾਦ ਨੂੰ ਜਾਂ ਫਾਸਿਜ਼ਮ ਨੂੰ ਪ੍ਰਮੋਟ ਕਰ ਰਹੀਆਂ, ਉਹਨਾਂ ਦੇ ਕੰਨਾਂ ਤੱਕ ਪਹੁੰਚੂਗੀ। ਕਿਉਂਕਿ ਜੇ ਅਸੀਂ ਮਾਡਰਨ ਸਿਵਲਾਈਜੇਸ਼ਨ ਦੀ ਵੀ ਗੱਲ ਕਰੀਏ, ਮਾਡਰਨ ਸਿਵਲਾਈਜੇਸ਼ਨ ਦਾ ਜਿਹੜਾ ਦੌਰ ਆ ਉਹ ਯੂਰਪੀਅਨ ਕੰਟਰੀਜ਼ ਤੋਂ ਸ਼ੁਰੂ ਹੋਇਆ, ਯੂਰਪ ਤੋਂ ਸ਼ੁਰੂ ਹੋਇਆ। ਅੱਜ ਉੱਥੇ ਵੀ ਸਵਿਟਜ਼ਰਲੈਂਡ 'ਚ ਛੋਟਾ ਜਿਹਾ ਇੱਕ ਮੁਲਕ ਆ, ਸਵਿਟਜ਼ਰਲੈਂਡ ਇੱਕ ਛੋਟੀ ਜਿਹੀ ਕੰਟਰੀ ਆ, ਉਹਨਾਂ ਦਾ ਮੋਟੋ ਹੀ ਇਹ ਆ, ਸਮੌਲ ਇਜ਼ ਬਿਊਟੀਫੁਲ। 22 ਕੈਂਟੋਜ਼ ਆ ਸਵਿਟਜ਼ਰਲੈਂਡ 'ਚ, ਤੇ ਉਹਨਾਂ 'ਚ ਜੇ 100 ਕੁ ਬੰਦਾ ਖੜਾ ਹੋ ਕੇ ਵੀ ਇਹ ਗੱਲ ਕਰਨ ਲੱਗ ਜਾਂਦਾ ਵੀ ਅਸੀਂ ਵੱਖ ਹਾਂ, ਸਾਨੂੰ ਤੁਸੀਂ ਮਾਣ ਸਤਿਕਾਰ ਤੇ ਮਾਨਤਾ ਦਿਓ, ਉਹ ਕਹਿੰਦੇ ਆ ਲੈ ਲਓ। ਅਸੀਂ ਵੀ ਤਾਂ ਇਹੀ ਗੱਲ ਕਰੀ ਜਾਂਦੇ ਆ। ਜੇ ਇਹ ਡੈਮੋਕ੍ਰੈਟਿਕ ਸਟਰਕਚਰ ਆ ਜਿਹੜਾ ਅੱਜ ਹਿੰਦੁਸਤਾਨ ਦਾ, ਇਹ ਆਇਆ ਹੀ ਜੇ ਅਸੀਂ ਦੇਖੀਏ ਤਾਂ ਇਹ ਯੂਰਪੀਅਨ ਸਿਵਲਾਈਜੇਸ਼ਨ 'ਚੋਂ ਆਇਆ। ਯੂਰਪ ਤੋਂ ਇਹਨੇ ਟਰੈਵਲ ਹੋ ਕੇ ਅਮਰੀਕਾ ਵੱਲ ਗਿਆ ਜਾਂ ਹੋਰ ਜਿਹੜੀਆਂ ਕੰਟਰੀਜ਼ 'ਚ ਗਿਆ, ਉਦੋਂ ਵੈਸਟਰਨ ਕੰਟਰੀਜ਼ 'ਚ, ਉੱਥੋਂ ਹੀ ਇੰਡੀਅਨ ਕੌਨਸਟੀਟਿਊਸ਼ਨ ਬਣੀ, ਉੱਥੋਂ ਹੀ ਅਸੀਂ ਇਹ ਡੈਮੋਕ੍ਰੈਟਿਕ ਸਟਰਕਚਰ ਇੱਥੇ ਪੰਜਾਬ 'ਚ ਜਾਂ ਅਸੀਂ ਇੰਡੀਆ 'ਚ ਲੈ ਕੇ ਆਂਦਾ। ਅਤੇ ਉਹ ਡੈਮੋਕਰੇਸੀ ਹੀ ਅੱਜ ਗੱਲ ਕਰ ਰਹੀ ਆ ਵੀ ਖੁਦਮੁਖਤਿਆਰੀ ਹੋਣੀ ਚਾਹੀਦੀ ਆ। ਕੈਨੇਡਾ ਦੀ ਜੇ ਗੱਲ ਕਰੀਏ, ਕੈਨੇਡਾ 'ਚ ਹਰ ਸਟੇਟ ਦੇ ਵੱਖਰੇ ਵੱਖਰੇ ਝੰਡੇ ਆ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਅਮਰੀਕਾ 'ਚ ਹਰ ਸਟੇਟ ਕੋਲੇ, ਹਰ ਸੂਬੇ ਕੋਲੇ ਵੱਖਰੇ ਵੱਖਰੇ ਕਾਨੂੰਨ ਆ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਅਸੀਂ ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਤਾਂ ਉਹੀ ਗੱਲ ਕੀਤੀ ਸੀ। ਅੱਜ ਤੋਂ 36 ਸਾਲ ਪਹਿਲਾਂ ਉਸੇ ਖੁਦਮੁਖਤਿਆਰੀ ਦੀ ਗੱਲ ਕੀਤੀ ਸੀ, ਜਿੱਥੇ ਅੱਜ ਜਾ ਕੇ ਮਾਡਰਨ ਸਿਵਲਾਈਜੇਸ਼ਨ ਜਾਂ ਮਾਡਰਨ ਡੈਮੋਕ੍ਰੈਟਿਕ ਸਟਰਕਚਰ ਖੜਾ। ਫਿਰ ਅਸੀਂ ਵੱਖਰੀ ਗੱਲ ਕੀ ਕਰੀ ਜਾਂਦੇ ਹਾਂ? ਗੱਲਾਂ ਤਾਂ ਅਸੀਂ ਉਹੀ ਕਰੀ ਜਾਂਦੇ ਹਾਂ ਜੋ ਇਹ ਅੱਜ ਜਾ ਕੇ ਸਮਝ ਰਹੇ ਆ। ਜੇ ਹਿੰਦੁਸਤਾਨ ਦੀ ਇਹ ਸਰਕਾਰ ਨਹੀਂ ਸਮਝੂਗੀ ਤਾਂ ਮੈਂ ਸਰਕਾਰ ਨੂੰ ਇਸ ਮੰਚ ਤੋਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆਪਦੀਆਂ ਪੁੱਠੀ ਗਿਣਤੀ ਸ਼ੁਰੂ ਕਰੀ ਬੈਠੇ ਹੋ। ਤੁਸੀਂ ਸਮਝ ਜਾਓ, ਜਦੋਂ ਤੱਕ ਖੁਦਮੁਖਤਿਆਰੀ, ਮਲਟੀਕਲਚਰਲਿਜ਼ਮ ਜਾਂ ਸੈਕੂਲਰ ਹੋਣ ਦੀ ਗੱਲ ਨਹੀਂ ਕਰੋਗੇ ਕਿਸੇ ਵੀ, ਅਸੀਂ ਇਹ ਨਹੀਂ ਕਹਿੰਦੇ ਪੰਜਾਬ ਨੂੰ ਖੁਦਮੁਖਤਿਆਰੀ ਦਿਓ, ਅਸੀਂ ਕਹਿੰਦੇ ਹਾਂ ਹਰਿਆਣੇ ਨੂੰ ਵੀ ਦਿਓ, ਮਹਾਰਾਸ਼ਟਰ ਨੂੰ ਵੀ ਦਿਓ, ਬਾਕੀ ਰਾਜਾਂ ਨੂੰ ਵੀ ਦਿਓ। ਬਹੁਤ ਪਹਿਲਾਂ ਉਹ ਵੀ ਗੱਲ ਇਹੀ ਕਰੀ ਜਾਂਦੇ ਆ, ਪਰ ਸਾਡੇ 'ਤੇ ਠੱਪੇ ਜਿਹੜੇ ਲਾਏ ਜਾਂਦੇ ਆ, ਕਿਉਂਕਿ ਅਸੀਂ ਵਿਲੱਖਣਤਾ, ਆਪਦੀ ਡਿਸਟਿੰਕਟ ਆਈਡੈਂਟੀਟੀ ਜਾਂ ਇੱਕ ਪੰਥ ਦੀ ਗੱਲ ਕਰਦੇ ਹਾਂ ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹਾਂ, ਇੱਥੇ ਆ ਕੇ ਇਹਨਾਂ ਨੂੰ ਹੋਰ ਜ਼ਿਆਦਾ ਸਾਡੇ ਤੋਂ ਪ੍ਰੋਬਲਮ ਹੋ ਜਾਂਦੀ ਆ। ਸੋ ਐਨੀਵੇਜ਼ ਗੱਲਾਂ ਬਹੁਤ ਆ ਕਰਨ ਨੂੰ। ਤੁਸੀਂ ਸਿੰਘ ਸਾਹਿਬ ਸਾਡੇ ਕੋਲੇ ਆਏ, ਸਾਨੂੰ ਆਸ਼ੀਰਵਾਦ ਵੀ ਦਿੱਤਾ, ਹੱਲਾਸ਼ੇਰੀ ਅਤੇ ਹੌਸਲਾ ਵੀ ਦਿੱਤਾ। ਬਹੁਤ ਬਹੁਤ ਪਿਆਰ ਅਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਦਾ ਬੜਾ ਧੰਨਵਾਦ ਹੈ। ਮੈਂ ਬਾਬਾ ਪ੍ਰੀਤਮ ਸਿੰਘ ਜੀ ਆਏ ਹਾਂ ਰਾਜਪੁਰੇ ਤੋਂ, ਹੋਰ ਮਹਾਂਪੁਰਖ ਬਾਬਾ ਅਮਰੀਕ ਸਿੰਘ ਜੀ, ਹਰਪਾਲਪੁਰ ਸਾਹਿਬ, ਜਿੰਨੇ ਵੀ ਸੰਗਤਾਂ ਆਈਆਂ ਸਾਰਿਆਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦਾ ਹੋਇਆ। ਬਾਬਾ ਜੀ ਸਾਡੇ ਜਸਵਾਲ ਸਾਹਿਬ, ਮੈਂ ਬੇਨਤੀ ਕਰਾਂ, ਬਾਬਾ ਜੀ ਨੂੰ ਤਾਂ ਅਸੀਂ ਜੁਝਾਰੂ ਰੂਪ 'ਚ ਬਹੁਤ ਵਾਰੀ ਦੇਖਦੇ ਹਾਂ ਜੀ। ਸੋ ਇੱਕ ਵਾਰੀ ਫੇਰ ਧੰਨਵਾਦ। ਜਿਵੇਂ ਤੁਸੀਂ ਪ੍ਰੋਗਰਾਮ ਸਾਨੂੰ ਦਓਗੇ, ਕੋਈ ਗੱਲ ਨਹੀਂ, ਆਪਾਂ ਰਲ ਮਿਲ ਕੇ ਜੀ ਉਵੇਂ ਹੀ ਇਹਨੂੰ ਤੋਰਾਂਗੇ। ਜਿੰਨੀਆਂ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਮਹਾਂਪੁਰਖ ਆਏ, ਸਾਰਿਆਂ ਦਾ ਹੀ ਫਿਰ ਧੰਨਵਾਦ। ਆਪਾਂ ਅੱਜ ਸਾਨੂੰ ਅਸਲ 'ਚ ਪ੍ਰੋਗਰਾਮ ਦਾ ਸੱਦਾ ਹੀ ਲੇਟ ਮਿਲਿਆ, ਨਹੀਂ ਕੋਈ ਮਹਾਂਪੁਰਖਾਂ ਦੇ ਖਾਣ ਪੀਣ ਦਾ ਕੋਈ ਇਹੋ ਜਿਹਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।